ਧੰਨ ਵਾਹਿਗੁਰੂ ਸਾਹਿਬ ਜੀ। ਮਹੱਲਾ ਪਹਿਲਾ। ਵਦੀ ਸੋ ਵਜਗ ਨਾਨਕਾ, ਸੱਚਾ ਵੇਖੈ ਸੋਏ। ਸਭਨੀ ਛਾਲਾਂ ਮਾਰੀਆਂ, ਕਰਤਾ ਕਰੇ ਸੋ ਹੋਏ। ਅੱਗੇ ਜਾਤ ਨਾ ਜੋਰ ਹੈ, ਅੱਗੇ ਜੀਉ ਨਵੇਂ। ਜਿਨ ਕੀ ਲੇਖੈ ਪਤ ਪਵੈ, ਚੰਗੇ ਸੇਈ ਕੇ। ਪੌੜੀ। ਧੁਰ ਕਰਮ ਜਿਨਾ ਕੋ ਤੁਧ ਪਾਇਆ, ਤਾਂ ਤਿਨੀ ਖਸਮ ਧਿਆਇਆ। ਇਨਾ ਜਨਤਾ ਕੈ ਵਸ ਕਿਛ ਨਾਹੀ, ਤੁਧ ਵੇਖੀ ਜਗਤ ਉਪਾਇਆ। ਇਕ ਨਾ ਨੋ ਤੂੰ ਮੇਲ ਲਹੈ, ਇਕ ਆਪਹੁ ਤੁਧ ਖੁਆਇਆ। ਗੁਰ ਕਿਰਪਾ ਤੇ ਜਾਣਿਆ, ਜਿਥੈ ਤੁਧ ਆਪ ਬੁਝਾਇਆ। ਸਹਿਜੇ ਹੀ ਸੱਚ ਸਮਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤਸੰਗੀ ਜਨੋ ਵਡਭਾਗੇ ਹੋ, ਜੋ ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਹਾਸਲ ਕਰ ਰਹੇ ਜੇ। ਚੱਲ ਰਹੀ ਲੜੀਵਾਰ ਆਸਾ ਕੀ ਵਾਰ ਦੀ ਪਾਵਨ ਵਿਚਾਰ 11ਵੀਂ ਪੌੜੀ ਦੇ ਨਾਲ ਜੋ ਲੱਗਦੇ ਹੋਏ ਸ਼ਲੋਕ ਨੇ, ਇਹਨਾਂ ਦੀ ਵਿਚਾਰ ਚੱਲ ਰਹੀ ਹੈ। ਕੱਲ ਤੱਕ 2 ਸ਼ਲੋਕਾਂ ਦੀ ਵਿਚਾਰ ਆਪਾਂ ਜਿਹੜੀ ਸਾਂਝੀ ਕੀਤੀ ਹੈ। ਅੱਜ ਤੀਸਰਾ ਸ਼ਲੋਕ ਤੇ ਨਾਲ ਜਿਹੜੀ ਪੌੜੀ 11ਵੀਂ ਹੈ ਇਹਦੀ ਵਿਚਾਰ ਸਾਂਝੀ ਕਰਾਂਗੇ। ਸਤਿਗੁਰਾਂ ਨੇ ਪਹਿਲੇ 2 ਸ਼ਲੋਕਾਂ ਦੇ ਵਿੱਚ ਇਹੋ ਗੱਲ ਸਮਝਾਈ ਕਿ ਭਲਿਆ ਸੱਚ ਦਾ ਕਾਲ ਪੈ ਚੁੱਕਾ ਹੈ, ਮਨੁੱਖ ਕੂੜ ਦੇ ਨਾਲ ਲੱਗਾ ਹੋਇਆ ਹੈ। ਫਿਰ ਉਸ ਕੂੜ ਦੀ ਵਿਆਖਿਆ ਗੁਰੂ ਨਾਨਕ ਸਾਹਿਬ ਨੇ ਦੂਸਰੇ ਸ਼ਲੋਕ ਦੇ ਵਿੱਚ ਕੀਤੀ ਕਿ ਚਾਹੇ ਉਹ ਗਿਆਨੀ ਹੈ, ਕੋਈ ਢਾਡੀ ਹੈ, ਕੋਈ ਪੰਡਤ ਹੈ, ਕੋਈ ਜਤੀ ਹੈ, ਕੋਈ ਆਮ ਧਰਮੀ ਮਨੁੱਖ ਹੈ, ਕੋਈ ਰਾਜਾ ਹੈ, ਕੋਈ ਪਰਜਾ ਹੈ, ਕੋਈ ਵਜ਼ੀਰ ਹੈ, ਕੋਈ ਸੰਤਰੀ, ਕੋਈ ਮੰਤਰੀ ਹੈ। ਸਤਿਗੁਰੂ ਕਹਿਣਗੇ ਇਹ ਸਾਰੇ ਹੀ ਆਪਣੇ ਆਪ ਦੇ ਵਿੱਚ ਜਿਹੜੇ ਨੇ ਉਹ ਚੰਗੇ ਬਣੀ ਫਿਰਦੇ ਨੇ। ਕੱਲ ਆਪਾਂ ਸ਼ਬਦ ਵਾਚਿਆ ਸੀ ਕਿ ਸਭ ਕੋ ਪੂਰਾ ਆਪੇ ਹੋਵੇ। ਇਹਨਾਂ 'ਚ ਕੋਈ ਮੰਨਣ ਨੂੰ ਤਿਆਰ ਨਹੀਂ ਸਾਡੇ ਵਿੱਚ ਕਮੀ ਹੈ, ਕੋਈ ਮੰਨਣ ਨੂੰ ਤਿਆਰ ਨਹੀਂ ਅਸੀਂ ਗਲਤ ਹਾਂ। ਸਾਰੇ ਆਪਣੇ ਆਪ ਦੇ ਵਿੱਚ ਸਹੀ ਬਣਦੇ ਨੇ। ਸਭ ਕੋ ਪੂਰਾ ਆਪੇ ਹੋਵੇ, ਘਟ ਨਾ ਕੋਈ ਆਖੈ। ਪਤ ਪਰਵਾਣਾ ਪਿੱਛੇ ਪਾਈਆ ਤਾਂ ਨਾਨਕ, ਤੋਲਿਆ ਜਾਪੈ। ਸਤਿਗੁਰੂ ਕਹਿਣਗੇ ਦੁਨੀਆ ਦੇ ਵਿੱਚ ਤੇ ਤੁਸੀਂ ਆਪਣੇ ਆਪ ਨੂੰ ਸਹੀ ਸਾਬਤ ਕਰ ਲੋਗੇ, ਪਰ ਯਾਦ ਰੱਖਿਓ ਜਦੋਂ ਮਾਲਕ ਦੀ ਦਰਗਾਹ ਦੀ ਗੱਲ ਚੱਲਣੀ ਹੈ, ਜਦੋਂ ਧੁਰ ਦਰਗਾਹ ਦੇ ਵਿੱਚ ਤੁਹਾਡੇ ਕੋਲੋਂ ਲੇਖਾ ਜੋਖਾ ਹੋਣਾ ਹੈ, ਉਸ ਵੇਲੇ ਜੋ ਤੁਸੀਂ ਖੱਟਿਆ ਕਮਾਇਆ ਹੈ, ਜੋ ਤੁਹਾਡੇ ਪੱਲੇ ਹੈ, ਉਸੇ ਨੂੰ ਹੀ ਜਿਹੜੀ ਉਹ ਪਹਿਲ ਦਿੱਤੀ ਜਾਣੀ, ਉਹੀ ਉਹ ਚੀਜ਼ ਤੁਹਾਡੀ ਝੋਲੀ 'ਚ ਪੈਣੀ ਹੈ। ਹੁਣ ਤੀਸਰਾ ਅਗਲਾ ਸ਼ਲੋਕ ਸਤਿਗੁਰੂ ਅੱਜ ਬਖਸ਼ਿਸ਼ ਕਰਦੇ ਨੇ। ਕਹਿਣ ਲੱਗੇ ਜੋ ਤੂੰ ਖੱਟਿਆ, ਜੋ ਤੂੰ ਖਾਧਾ ਇਸ ਦੁਨੀਆ ਦੇ ਵਿੱਚ, ਉਹ ਪਰਮਾਤਮਾ ਨੇ ਜਿਹੜਾ ਉਹ ਕਰਮਾਂ ਰੂਪੀ ਬਣਾ ਕੇ ਤੇ ਤੇਰੇ ਲੇਖਾਂ ਦੇ ਵਿੱਚ ਲਿਖ ਦਿੱਤਾ ਹੋਇਆ ਹੈ। ਇਹ ਅੱਜ ਦਾ ਸ਼ਲੋਕ ਥੋੜ੍ਹਾ ਜਿਹਾ ਧਿਆਨ ਨਾਲ ਆਪਾਂ ਸਰਵਣ ਕਰੀਏ, ਪਿਛਲੇ ਸ਼ਲੋਕ ਨੂੰ ਨਾਲ ਲੈ ਕੇ ਚੱਲਾਂਗੇ। ਪਹਿਲਾਂ ਸਤਿਗੁਰੂ ਦੂਸਰੇ ਸ਼ਲੋਕ ਦੀ ਸਮਾਪਤੀ ਕਰ ਰਹੇ ਨੇ ਕਿ ਸਭ ਕੋ ਪੂਰਾ ਆਪੇ। ਤੂੰ ਆਪਣੇ ਆਪ 'ਚ ਪੂਰਾ ਬਣਿਆ ਫਿਰਦਾ ਹੈ, ਪਰ ਜਿਹੜੇ ਤੇਰੇ ਕਰਮ ਨੇ ਯਾਦ ਰੱਖੀ ਇਹੋ ਤੇਰੇ ਲੇਖ ਬਣ ਜਾਂਦੇ ਨੇ। ਮੈਂ ਕਰਮ ਫਿਲਾਸਫੀ ਹੁਣ ਨਹੀਂ ਫੁੱਲਣੀ, ਆਪਾਂ ਬੜੀ ਵਾਰੀ ਵਾਚਿਆ ਜੋ ਅਸੀਂ ਕਰਦੇ ਹਾਂ ਨਾ, ਜੋ ਪਿੱਛੇ ਕੀਤਾ ਉਹ ਹੁਣ ਖਾ ਰਹੇ ਹਾਂ, ਜੋ ਹੁਣ ਕਰ ਰਹੇ ਹਾਂ ਇਹਨੂੰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਗਾਂ ਖਾਵਾਂਗੇ। ਗੁਰੂ ਨਾਨਕ ਸਾਹਿਬ ਜੀ ਅੱਜ ਪਹਿਲੇ ਸ਼ਲੋਕ 'ਚ ਤੀਸਰੇ ਸ਼ਲੋਕ 'ਚ ਬਖਸ਼ਿਸ਼ ਕਰਦੇ ਨੇ। ਮਹੱਲਾ ਪਹਿਲਾ। ਕਹਿਣ ਲੱਗੇ ਵਦੀ ਸੋ ਵਜਗ ਨਾਨਕਾ, ਸੱਚਾ ਵੇਖੈ ਸੋਏ। ਵਦੀ ਦਾ ਅਰਥ ਕਰਾਂਗੇ ਮਿੱਥੀ ਹੋਈ,
ਮੁਕਰਰ ਕੀਤੀ ਹੋਈ, ਸੋ ਦਾ ਅਰਥ ਇਹ ਵਿਸ਼ੇਸ਼ਣ ਉਹ ਗੱਲ ਜਿਹੜੀ ਰੱਬ ਨੇ ਮੁਕਰਰ ਕੀਤੀ ਹੋਈ ਹੈ, ਜਿਹੜਾ ਸਿਧਾਂਤ ਉਹਦਾ ਪੱਕਾ ਹੈ। ਵਜਗ, ਵਜਗ ਦਾ ਅਰਥ ਹੈ ਵੱਜੇਗੀ, ਭਾਵ ਪ੍ਰਗਟ ਹੋਵੇਗੀ। ਸੱਚਾ ਵੇਖੈ ਸੋਏ, ਸਤਿਗੁਰੂ ਕਹਿਣ ਲੱਗੇ ਤੇਰੇ ਜੀਵਨ ਨੂੰ ਉਹ ਅਕਾਲ ਪੁਰਖ ਸੱਚਾ ਪਰਮਾਤਮਾ ਵੇਖਦਾ ਪਿਆ ਏ। ਤੂੰ ਦੁਨੀਆ ਦੇ ਵਿੱਚ ਜੋ ਵੀ ਕਰਦਾ ਪਿਆ ਤੇਰੇ ਲੇਖਾਂ ਦਾ ਫਲ ਤੈਨੂੰ ਜ਼ਰੂਰ ਮਿਲੇਗਾ, ਕਿਉਂਕਿ ਜੋ ਪਰਮਾਤਮਾ ਨੇ ਸਿਧਾਂਤ ਬਣਾ ਦਿੱਤਾ ਉਹ ਤੇਰੇ ਸਾਹਮਣੇ ਜ਼ਰੂਰ ਆਵੇਗਾ। ਵਦੀ ਸੁਵਜਗ ਨਾਨਕਾ, ਜੋ ਪਰਮਾਤਮਾ ਨੇ ਸਿਧਾਂਤ ਬਣਾ ਦਿੱਤਾ ਨਾ, ਉਹਨੇ ਇੱਕ ਵਾਰ ਜਿਹੜਾ ਕਾਨੂੰਨ ਸੀ ਆਪਣਾ ਉਹ ਬਣਾ ਦਿੱਤਾ। ਇਹਨੂੰ ਫਿਰ ਆਪਾਂ ਸਮਝੀਏ। ਜਿਸ ਵੇਲੇ ਸਾਡਾ ਸੰਵਿਧਾਨ ਬਣਦਾ, ਚਲੋ ਭਾਰਤ ਦਾ ਆਪਾਂ ਗੱਲ ਕਰਦੇ ਹਾਂ, ਇੱਕ ਵਾਰ ਸਿਧਾਂਤ ਬਣ ਗਿਆ, ਉਸ ਤੋਂ ਬਾਅਦ ਜਦੋਂ ਵੀ ਅੱਜ ਤੱਕ ਉਹ ਸੰਵਿਧਾਨ ਲਾਗੂ ਹੈ, ਜਿਹੜਾ ਵੀ ਮਨੁੱਖ ਹੈ ਉਹਦੇ 'ਤੇ ਉਹੀਓ ਰੂਲ ਲਾਗੂ ਹੁੰਦੇ ਨੇ ਜਿਹੜੇ ਹਿੰਦੁਸਤਾਨ 'ਚ ਪੈਦਾ ਹੋ ਰਿਹਾ ਹੈ। ਜਿਹੜਾ ਉਸ ਵੇਲੇ ਪੈਦਾ ਹੋਇਆ ਸੀ ਉਹਦੇ 'ਤੇ ਵੀ ਉਹੀਓ ਰੂਲ ਲਾਗੂ ਸੀ, ਜਿਹੜਾ ਅੱਜ ਪੈਦਾ ਹੋ ਰਿਹਾ ਉਹਦੇ 'ਤੇ ਵੀ ਉਹ ਰੂਲ ਲਾਗੂ ਹੈ। ਹੁਣ ਪਰਮਾਤਮਾ ਨੇ ਇੱਕ ਸਿਧਾਂਤ ਬਣਾ ਦਿੱਤਾ, ਇੱਕ ਰੂਲ ਕੱਢ ਦਿੱਤਾ ਕਿ ਜੋ ਤੂੰ ਕਰਮਾਂ ਦੇ ਵਿੱਚ ਕਰੇਂਗਾ ਉਹ ਤੈਨੂੰ ਵੱਢਣਾ ਪੈਣਾ ਹੈ। ਤੇ ਦੂਸਰੇ ਸ਼ਲੋਕ 'ਚ ਕਿਹਾ ਤੂੰ ਆਪਣੇ ਆਪ 'ਚ ਬੜਾ ਚੰਗਾ ਬਣਿਆ ਫਿਰਦਾ ਹੈ, ਪੱਲੇ ਤੇਰੇ ਕੁਛ ਨਹੀਂ। ਤੇ ਤੀਸਰੇ ਸ਼ਲੋਕ ਸਤਿਗੁਰੂ ਕਹਿਣਗੇ ਵਦੀ ਸੋ ਵਜਗ ਨਾਨਕਾ, ਹੇ ਨਾਨਕਾ ਜੋ ਤੂੰ ਕਰਮਾਂ ਦੇ ਵਿੱਚ ਪਹਿਲਾਂ ਕੀਤਾ ਹੋਇਆ ਹੈ, ਸੱਚਾ ਵੇਖਿਆ ਸੋਏ, ਉਹ ਪਰਮਾਤਮਾ ਸਾਰਾ ਕੁਝ ਵੇਖਦਾ ਪਿਆ ਹੈ। ਤੂੰ ਜੋ ਕੀਤਾ ਹੈ ਉਹਦਾ ਇੱਕ ਕਾਨੂੰਨ ਹੈ, ਉਹ ਇੱਕ ਦਿਨ ਪ੍ਰਗਟ ਹੋ ਕੇ ਤੇਰੇ ਸਾਹਮਣੇ ਆ ਜਾਵੇਗਾ। ਵਦੀ ਸੋ ਵਜਗ ਨਾਨਕਾ, ਸੱਚਾ ਵੇਖੈ ਸੋਏ। ਅੱਗੇ ਸਤਿਗੁਰੂ ਕਹਿਣ ਲੱਗੇ ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਕਹਿਣ ਲੱਗੇ ਮਨੁੱਖ ਕੰਡੇ ਬੀਜ ਕੇ ਨਾ ਤੇ ਜਿਹੜਾ ਏ ਉਹ ਭਾਲ ਜਿਹੜੀ ਉਹ ਦਾਖਾ ਬਜੂਰੀਆਂ ਦੀ ਕਰਦਾ। ਪਿਛਲੇ ਸਮੇਂ 'ਚ ਵੀ ਬਾਬਾ ਫਰੀਦ ਸਾਹਿਬ ਦਾ ਸ਼ਬਦ ਸਾਂਝਾ ਕੀਤਾ ਸੀ ਕਿ ਫਰੀਦਾ ਲੋੜੇ ਦਾਖ ਬਜੂਰੀਆਂ ਕਿੱਕਰ ਬੀਜੇ ਜੱਟ। ਹੁਣ ਬੀਜ ਕੇ ਕੰਡੇ ਆਇਆ ਏ, ਭਾਲ ਦਾ ਦਾਖਾਂ ਪਿਆ ਏ, ਕਰਦਾ ਸਾਰੀ ਉਮਰ ਪਾਪ ਰਿਹਾ ਏ, ਭਾਲ ਦਾ ਹੁਣ ਗੁਰੂ ਦੇ ਕੋਲੋਂ ਜਿਹੜਾ ਸੁੱਖ ਪਿਆ। ਸਤਿਗੁਰੂ ਕਹਿਣ ਲੱਗੇ ਇਹ ਨਹੀਂ, ਸਤਿਗੁਰੂ ਕਹਿ ਲੱਗੇ ਸਭਨੀ ਛਾਲਾਂ ਮਾਰੀਆਂ, ਸਾਰੇ ਆਪਣੇ ਵੱਲੋਂ ਆਹਰ ਪਾਰ ਕਰਦੇ ਨੇ। ਜਿਹੜਾ ਦੂਸਰਾ ਸ਼ਲੋਕ ਹੈ ਧਰਮੀ ਧਰਮ ਕਰੇਗਾ ਵਾਵੈ ਮੰਗੇ ਮੋਖ ਦਵਾਰ, ਇਹ ਯਾਦ ਰੱਖਿਓ। ਧਰਮੀ ਲੋਕ ਅੱਜ, ਮੈਨੂੰ ਮਾफ़ ਕਰਨਾ, ਅਸੀਂ ਵੀ ਤਾਂ ਇਸੇ ਚੀਜ਼ 'ਚ ਭੱਜ ਦੌੜ ਲੱਗੀ ਹੈ ਨਾ, ਪੁੰਨ ਦਾਨ ਕਰ ਦਿਓ, ਇਹ ਦੁਨੀਆ ਦਾ ਭਲਾ ਕਰ ਦਿਓ, ਕਿਉਂਕਿ ਆਪ ਪਤਾ ਹੈ ਕਿ ਅਸੀਂ ਜਿਹੜਾ ਲੋਕਾਂ ਦਾ ਹੱਕ ਮਾਰ ਕੇ ਖਾਧਾ ਹੈ, ਅੱਜ ਸਾਡਾ ਧਿਆਨ ਇਸੇ ਪਾਸੇ ਲੱਗਾ ਹੈ ਕਿ ਕਿਸੇ ਰੂਪ ਦੇ ਵਿੱਚ ਸਾਡਾ ਭਲਾ ਹੋ ਜਾਏ। ਸਤਿਗੁਰੂ ਕਹਿੰਦੇ ਜੇ ਕਿਸੇ ਦਾ ਹੱਕ ਮਾਰਿਆ ਹੈ ਤੇ ਪੁੰਨ ਕਰਨ ਦੇ ਨਾਲ ਉਹ ਕਰਮ ਨਾਸ਼ ਨਹੀਂ ਹੋਣਾ, ਉਹਦਾ ਫਲ ਤੈਨੂੰ ਜ਼ਰੂਰ ਮਿਲੇਗਾ। ਉਹਦਾ ਜਿਹੜਾ ਜੋ ਵੀ ਤੂੰ ਕਰਮ ਕੀਤਾ ਨਾ, ਜਾਂ ਚੰਗਾ ਕੀਤਾ ਜੋ ਮਾੜਾ ਕੀਤਾ, ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਤੂੰ ਜੋ ਮਰਜ਼ੀ ਕਰ ਲਾ, ਹੋਣਾ ਉਹ ਹੈ ਜੋ ਪ੍ਰਮਾਤਮਾ ਨੇ ਨਿਰਧਾਰਿਤ ਕੀਤਾ ਹੋਇਆ ਹੈ। ਇੱਥੇ ਕਈ ਵਾਰੀ ਫਿਰ ਮਨ 'ਚ ਮਨੁੱਖ ਦੇ ਆਵੇਗਾ ਕਿ ਜੇ ਉਹੀਓ ਕੁਝ ਹੋਣਾ ਹੈ ਜੋ ਅਸੀਂ ਪ੍ਰਮਾਤਮਾ ਨੇ ਨਿਰਧਾਰਿਤ ਕੀਤਾ ਹੈ, ਫਿਰ ਜਿਹੜੇ ਅਸੀਂ ਕਰਮ ਕਰਦੇ ਹਾਂ, ਸੇਵਾ ਕਰ ਲਈ, ਸਿਮਰਨ ਕਰ ਲਿਆ, ਨਾਮ ਜਪ ਲਿਆ, ਤੇ ਇਹਨਾਂ ਕਰਮਾਂ ਦਾ ਫਾਇਦਾ ਕੀ ਹੋਇਆ? ਤੇ ਬਾਬਾ ਕਬੀਰ ਸਾਹਿਬ ਜੀ ਦਾ ਮੈਨੂੰ ਇੱਕ ਬੜਾ ਪਿਆਰਾ ਸ਼ਬਦ ਉਹ ਸਾਹਮਣੇ ਆ ਗਿਆ, ਤੁਹਾਡੇ ਨਾਲ ਮੈਂ ਸਾਂਝਾ ਕਰ ਦੇਣਾ। ਕਬੀਰ ਸਾਹਿਬ ਕਹਿੰਦੇ ਕਈ ਵਾਰੀ ਇੱਦਾਂ ਹੁੰਦਾ ਕਿ ਕਰਮ ਵੇਖਣ ਨੂੰ ਚੰਗੇ ਹੁੰਦੇ ਨੇ, ਪਰ ਅੰਦਰ ਦਾ ਸਿਧਾਂਤ ਜਿਹੜਾ ਹੈ ਉਹ ਬਿਲਕੁਲ ਕੁਛ ਨਹੀਂ ਹੁੰਦਾ। ਉੱਥੇ ਉਹਨਾਂ ਨੇ ਜਿਹੜੀ ਉਦਾਹਰਨ ਲਈ, ਉਹਨਾਂ ਨੇ ਇੱਕ ਵਿਦਵਾਨ ਮਨੁੱਖ ਦੀ ਲਈ, ਕਹਿਣ ਲੱਗੇ ਹਿਰਦੇ ਕਪਟ ਮੁਖ ਗਿਆਨੀ। ਕਹਿਣ ਲੱਗੇ ਪੰਡਿਤ ਜੀ ਹਿਰਦੇ ਤੁਹਾਡੇ ਦੇ ਵਿੱਚ ਛਲ ਹੈ, ਫਰੇਬ ਹੈ, ਧੋਖਾ ਹੈ, ਮੁਖ ਦੇ ਉੱਤੋਂ ਗਿਆਨੀ ਬਣੇ ਫਿਰਦੇ ਜੇ, ਗਿਆਨਵਾਨ ਪੁਰਸ਼ ਬਣੇ ਫਿਰਦੇ ਜੇ। ਕਹਿਣ ਲੱਗੇ ਹਿਰਦੇ ਕਪਟ ਮੁਖ ਗਿਆਨੀ, ਝੂਠੇ ਕਹਾਂ ਬਲੋਵਸ ਪਾਨੀ। ਬਲੋਵਸ ਦਾ ਅਰਥ ਹੈ ਰਿੜਕਣਾ। ਇੱਥੇ ਭਗਤ ਕਬੀਰ ਸਾਹਿਬ ਦੀ ਇੱਕ ਬੜੀ ਸੋਹਣੀ ਉਦਾਹਰਨ ਹੈ। ਇੱਕ ਬੀਬੀ ਚਾਟੀ ਦੇ ਵਿੱਚ ਮਧਾਣੀ ਪਾ ਕੇ ਦੁੱਧ ਰਿੜਕਦੀ ਹੈ, ਮਧਾਣੀ ਦੇ ਨਾਲ ਰਿੜਕ ਰਹੀ ਹੈ। ਉਹਨੇ ਦੁੱਧ ਪਾਇਆ ਹੋਇਆ ਹੈ ਉਹਦੇ ਚਾਟੀ ਦੇ ਵਿੱਚ, ਉਹ 'ਚੋਂ ਮੱਖਣ ਨਿਕਲਣਾ ਹੈ। ਇੱਕ ਉਹਦੇ ਕੋਲ ਬੀਬੀ ਦੂਸਰੀ ਬੈਠ ਜਾਵੇ, ਉਹ ਚਾਟੀ ਦੇ ਵਿੱਚ ਮਧਾਣੀ ਪਾ ਕੇ ਤੇ ਪਾਣੀ ਰਿੜਕਣ ਲੱਗ ਪਵੇ। ਜੇ ਤੁਸੀਂ ਫਿਜ਼ੀਕਲ ਤੌਰ 'ਤੇ ਦੇਖੋਗੇ ਮਿਹਨਤ ਦੋਵਾਂ ਦੀ ਬਰਾਬਰ ਹੈ। ਜਿਹੜੀ ਮਧਾਣੀ ਦੇ ਨਾਲ ਦੁੱਧ ਰਿੜਕ ਰਹੀ ਹੈ ਉਹਦਾ ਵੀ ਬਾਹਾਂ ਦਾ ਜ਼ੋਰ ਉਹਨਾਂ ਲੱਗਦਾ ਹੈ, ਤੇ ਜਿਹੜੀ ਪਾਣੀ ਰਿੜਕਦੀ ਪਈ ਹੈ ਜ਼ੋਰ ਉਹਨਾਂ ਦਾ ਵੀ ਦੋਵਾਂ ਬਰਾਬਰ ਦਾ ਲੱਗਣ ਡਿਆ ਹੈ। ਪਰ ਇਹਦੇ ਵਿੱਚ ਜਦੋਂ ਫਲ ਮਿਲਣਾ ਜ਼ਮੀਨ ਅਸਮਾਨ ਦਾ ਅੰਤਰ ਹੈ। ਜਿਹੜੀ ਦੁੱਧ ਰਿੜਕਦੀ ਹੈ ਕੁਝ ਰਿੜਕੇ ਤੋਂ ਬਾਅਦ ਮੱਖਣ ਦੀ ਪ੍ਰਾਪਤੀ ਹੋਵੇਗੀ, ਜਿਹੜੀ ਪਾਣੀ ਰਿੜਕਦੀ ਹੈ ਸਾਰੀ ਉਮਰ ਪਾਣੀ ਰਿੜਕਦੀ ਰਵੇ, ਵਿੱਚੋਂ ਕੁਛ ਨਹੀਂ ਜੇ ਨਿਕਲਣਾ। ਸਾਡੇ ਕਈ ਵਾਰੀ ਕਰਮ ਇੱਦਾਂ ਦੇ ਹੋ ਜਾਂਦੇ, ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋਏ। ਕਈ ਵਾਰੀ ਅਸੀਂ ਕਹਿ ਦਿੰਦੇ ਕਿ ਪਤਾ ਨਹੀਂ ਮੇਰੇ ਨਾਲ ਕਿਉਂ ਇੱਦਾਂ ਹੋ ਗਿਆ। ਸਤਿਗੁਰੂ ਕਹਿੰਦੇ ਜੋ ਤੂੰ ਬੀਜਿਆ, ਜੇ ਹੁਣ ਪਾਣੀ ਦੇ ਵਿੱਚ ਮਧਾਣੀ ਪਾ ਕੇ ਬੈਠਾ ਹੈ ਤੇ ਭਲਿਆ
मैनू दस पानी च मधानी पा के भावें तू 100 साल बैठा रह, हिरदे दे विच कपट लिया के भावें तू गुरु घरां दे विच जिन्ने मर्जी मत्थे रगड़ता रह, जे अंदर तेरे झूठ है तो पानी च मधानी पाउण दा कोई फायदा नहीं है। हिरदे कपट मुख ज्ञानी झूठे कहाँ बिलोवस पानी। अगे कह लगे काया मांजस कवन गुणा, जो घट भीतर है मलना। मलना का अर्थ है मैल। कि दूसरा उन्होंने जड़ा सी उदाहरण जी तीर्थ की लई, कह लगे एक मनुख जड़ा है वो तन नूं साफ करने वास्ते तीर्थ यात्रा करता है। तीर्थ यात्रा माड़ी नहीं, पर सतगुरु कह लगे तीर्थ ते नहाउण दा फायदा की, तेरा तन नूं साफ करने का फायदा की जे अंदर विकारां दी मैल ही इकट्ठी होई पई है। काया मांजस, काया का अर्थ है शरीर, शरीर नूं साफ करने का कोई लाभ नहीं जिन्ना चिर अंदर की पवित्रता नहीं आउंदी। काया मांजस कवन गुणा, जो घट भीतर है मलना। अगला शब्द उन्हें वरत्या, कह लगे लौकी 68 तीरथ नहाई। लौकी कौड़ा तुम्मा फल हुंदा, उन्होंने लौकी कहते हैं। ये बहुत कौड़ा हुंदा, कई थावां ते इहदी चटनी कुट्टी जाती है, पर तुसी चंगी सब्जी लै लो, ਉਹਦੇ ਨਾਲ सिर्फ 9 जिन्नी इनू लौकी खा लो ना, सारी सब्जी का सारी रोटी का स्वाद मार के रख देंदी, इन्नी कौड़ी हुंदी। ये तुम्मा फल हुंदा है। सतगुरु कहते उन्होंने तुम्मे नूं, उस लौकी नूं तुसी 68 तीर्थां दे उत्ते इशनान करा दिओ। कर्म ते तुम्मे दा माड़ा तो नहीं ना, तीर्थां ते इशनान पिया करदा है, सरोवरां ते जाके गंगा इशनान, कदी कोई इशनान कीता। लौकी 68 तीर्थ नहाई, कौरापन तऊ ना जाए कि अंदर का कुड़तन का पन क्यों कोई नहीं गया। क्यों? क्योंकि वधी सुवज नानका, जो अंदर से रब ने प्रतख प्रगट सामने करके रख दिता, वो परमात्मा वेखदा सी। तेरे हिरदे दे विच कपट है। लोग कहते सन ये कर्म बड़े चंगे ने, पर मेरा सतगुरु कहता नहीं, जो अंदर तू बीजिया होया सी उही ही प्रगट होवेगा। वधी सुवज नानका सच्चा वेख्या सोए। कहते जिहड़ी चीज़ सिद्धांत परमात्मा ने बना दिता ना, मैं ये फिर अर्थ रिपीट करदा वां। वधी का अर्थ है मर्यादा, सो का अर्थ है ओहो, वजग का अर्थ है वजेगी, प्रगट होवेगी। जो रब ने मर्यादा बनाई है ना, वो प्रगट होवेगी। हुण इहदा भावर्थ उतले सलूक नूं लैके करना है। जे तू शुभ कर्म करदा है तो तैनूं उहदा फल मिलना है, जो माड़े कर्म करदा है फल उहदा मिलना है। तो मैं एक बेनती करा, असीं शुभ कर्म करके ना, मैनूं माफ़ करना, अरदासां बड़ियां कराउंदे जे। किसी ने कोई दान पुण्य कर दिता, कोई चंगा कर्म कर दिता ना, फिर अरदास कराई जाती, बाबा जी अरदास कर दिओ। पर मैं एक बेनती करा, तू हिरदे की पवित्रता के नाल शुभ कर्म कर, अरदास भावें ना भी कर तां भी रब की दरगाह च पहुँच जाएगा। उदाहरण मैं बड़ी सौखी दे देना। एक मनुख पापी है, पाप करता है, उन्होंने उहदा फल मिलता है ना पाप का। तो कभी पापी ने आण के अरदास कराई कि पातशाह मैं पाप कर दिता, इहदा फल मैनूं पाप का दे दी। अज तक एक मनुख झूठ बोलता है, कोई कर्म करता है, पाप करता है, उन्होंने उहदा फल मिल गया, उन्हें अरदास नहीं की। जे एक पापी का किया होया पाप रब की दरगाह च पहुँच के उन्होंने पाप का फल मिल सकता है। तू नेकी पिया करदा है, हिरदा तेरा पवित्र है, याद रखी अरदास की यदी भी कोई लोड़ नहीं। ये भी परमात्मा के घर दे विचों फल तेनों चंगा जरूर मिलेगा। जो परमात्मा का सिद्धांत है, वधी सुवजग नानका सच्चा वेख्या सोए, वो परमात्मा अंदर बह के तेनों सारा कुछ वेखदा पिया है। मता तू उतों कुछ लुकाउण दा यतन करी। अगे कह लगे सबनी छालां मारियां। छालां का अर्थ भाव अर्थ कर लिए आर पार। मनुख हर कोई आर पार करता है जी। हर कोई चाहुंदा मैनूं जिंदगी दे विच सुख मिलन, हर कोई चाहुंदा मैं सुखी रवां, हर कोई कहता मैं आराम दे नाल जिंदगी बतीत करां। पर मैं बेनती करां, जो तू बीजिया तेरी जिंदगी उहदे हिसाब दे नाल ही चलनी है। सबनी छालां मारियां करता करे सो होए। मैं बड़ी बारी ये गल करदा ना, परसनली तौर पर भी कहना कि जो रब ने करना है ना, वो हो के रहना जी। जो परमात्मा का सिद्धांत है ना, उन्होंने कोई नहीं पलट सकता। किसी माई के लाल दे विच इन्नी जुरत नहीं कि उन्होंने पलट देवे। आ कई ज्योतिषी कहते हैं कि तुसी समा पलटा लो, अपने राहु केतु सीधे कर लो। कोई नहीं जी कुछ कर सकता। जिहड़ी बुरकी दे उत्ते तुहाडा नां लिखिया है ना, तुसी किते भी होवो, वो बुरकी तुहाडे मूँह च तां भी पै जाएगी। तो जिहदे ते उत्ते नां नहीं ना लिखिया, लख यतन कर लो, वो तुहाडे मूँह चों पैंदी पैंदी कई बारी जमीन ते डिग पैंदी है। मैं अज दिने भी गल कर रहा था, मेरे सामने उदाहरण आई दुध की। असी दुध चो के लियाने आ, बाल्टी चो के लियांदी, कई बारी सारा दुध चोलिया जाता तो मझ गां जी लत्त मारदी, सारा वेस्ट हो जाता, सारा रुड़ गया। उत्थे असी की कर लांगे? मेहनत की पर नहीं सी, साडे कर्मां दे विच नहीं नसीब होया। तू मेहनत कर, पर एक गल याद रखी, होना वो है जो परमात्मा ने निर्धारित किया। तेरे करन दे नाल कुछ नहीं होना। इत्थों तक कई बारी ना साडे मन च आ जाता जी, साडे सिख कह देंगे मैं जी अरदास की सी, कोई कर्म कर दे ना, कोई चंगा कर दे, कोई मंदा कर दे,
कोई हर गल नूं देखो, अरदास का सिद्धांत है, कह दिता जाता जी मैं अरदास कीती सी, पर गुरु ग्रंथ साहिब की बाणी कहती है तू अरदास कर, वो भी तां लगनी है जे रब नूं भाउंदी होएगी। दोए कर जोड़ करों अरदास तुद भावै तां आणे रास, उन्हें तां रास होना जे रब नूं चंगी लगदी है। हुण तू खोल के शराब का ठेका पिया है तो उत्थे अरदास करदे जी कमाइयां च वाधे होण, वो रब तेरी अरदास थोड़ी मान लेगा। इस करके सबनी छालां मारियां, आर पार हर कोई करदा है, हुंदा वो है करता करे सो होए। साडे दुखी होण दा कारण गुरमुखो इहो ही है, असीं चाहुंदे जो मैं चाहुंदा वो होवे, पर बाणी कहंदी है हुंदा वो है जो परमात्मा चाहुंदा है। इस नूं वजीद दा दोहरा बड़ा प्यारा कहंदा वजीदा कौन कहे साहिब नूं तू इउं नहीं इंज कर, रब नूं कौन कुछ कह सकदा है। उहदा सिद्धांत है आखिर इहो इहदा सिट्टा गुरमुखों निकलदा है कि जिस ठाकुर स्यों नाही चारा ताको कीजै सद, उन सद नमस्कार करो, उहदे अगे अरजोई करो, उहनूं इहो कहा करो कि पातशाह बख्शिश कर, क्योंकि साडे नाल साडे कीतियां कराया कुछ नहीं जे होना। चलो अगे पौड़ी च जिक्र भी आना है, सतगुरु इत्थे समझा रहे ने वधी सो वजग नानका सच्चा वेख्या सोए, सबनी छालां मारियां करता करे सो होए। अगे कह लगे अगे जात ना जोर है, अगे का अर्थ जो इत्थों सफ़र तय करके जावेगा रब की दरगाह च जावेगा, कहते इत्थे तेरी जात है, उच्ची जात है, इत्थे चंगे घराने दे नाल संबंध रखदा है, इत्थे चार पैसे ने, उहदा तेरा लोकां ते जोर चलदा है। पर याद रखी परमात्मा की दरगाह दे विच ना तेरी जात जानी है, तो ना तेरे पैसे का, ना तेरी बावां का जोर जाना है। पर अज का साडा ये गुरमुखी ढांचा जिहड़ा गुरुद्वारियां दा ढांचा भी इन्ना क खराब हो चुका है। अरदासां भी जिहड़ियां ने ना वो भी साडियां जातां नूं नाल लैके, जिहड़ियां गोतां नूं नाल लैके कीतियां जांदियां ने। मैं एक बेनती करा, जिहड़ी साडी गोत है, जिहड़ा सर नेम है ना, मुबारक है तुसीं वरतदे जे, पर गुरमत इहदी आग्या बिल्कुल नहीं जे दिंदी। जदों भी अरदास गुरु घर च करनी जां कराउणी है, कोशिश करो जिहड़ा तुहाडा नाम निर्धारित है, नाम ते अगे सिंह लगा होया है, नाम ते अगे कौर लगा, उहिओ बोलिया जावे। जिहड़ियां असीं सर नेम जां गोतां जां पातां लई फिरदे, इहदा सिद्धांत नहीं हैगा। ठीक है, अरदासीए मेरे वर्गे नूं रुपया 500 तुसीं मुट्ठी च दिंदे, 1000 दिंदे जो, अगला ये 2-3 भावें पीढ़ियां दियां गिना लो, जो मर्जी कर लो, पर जो गुरमत का सिद्धांत है, सतगुरु कहले अगे कुछ नहीं नाल जाना, अगे जात ना जोर है, ना तो उत्थे तेरी जात वेखी जानी है, तू किहड़े घर चों आया है, ना तेरा जोर वेख्या जाना कि इन्ने पैसे का, इन्नी धन दौलत संपत्ति का मालक सैं। क्यों? क्योंकि सतगुरु कह लगे अगे जियो नवें, नवें का अर्थ ओपरे जिन्हों असीं जानते नहीं। असीं इत्थों किते बच्चा अपना विदेश च भेजना होवे ना, तो मनुख कोई ना कोई लिंक लभदा है कि कोई भैन भरा लभ जाए, रिश्तेदार लभ जाए, जिहड़ा साडे बच्चे नूं सांभ लवे, वो ओपरी जगह ते जाना है, उत्थे कोई ना कोई लभ जांदा है। पर गुरमुखो जिथे पता ही नहीं है कि कौन आउंदा है कौन जांदा, उत्थे किहदी वाक भी कड्डोगे, उत्थे किसी नाल वाक भी नहीं निकलती। हाँ, बंदगी वाला जावे ते रे रे डर गए कोहे ना कहू, आओ बैठ आदर सब देऊ। जे बंदगी वाला जावे उन्होंने इज्जत मान दे नाल सत्कार दिता जाता है। जिहड़ा साडे वर्गा मन मनुख जाता है, सतगुरु कहन लगे उहदा हाल बुरा ही हुंदा है। अगे जात ना जोर है, अगे जियो नवें, अगे जिहड़े सानू मनुख मिलते हैं, जिन्हां जमा ने सानू फड़ के धूणा है, कहन लगे वो नवें ने, वो ओपरे ने, उन्होंने तेनू नहीं पछाणना। जिन की लेखै पत पवै चंगे सेई के, कहते उहिओ मनुख चंगे गिने जाणगे, उहिओ रब की दरगाह च भले गिने जाणगे। कौन? जिन्हां दे लेखां दे विच रब दे वल्लों इज्जत पत लिखी होवे। जे इत्थे चंगे कर्म कीते तो तेनू उत्थे आदर मिलेगा, मान सत्कार रब की दरगाह च मिलेगा। तो याद रखी, जे इत्थे कर्म ना तू चंगे कीते, रब ने वो प्रगट कर देना, उत्थे तेनू रब की दरगाह दे विचों धक्के पैणगे। कहण लगे जिन की लेखै पत पवे, जिहदे कर्मां दे विच इज्जत लिखी हुई है, चंगे सेई के, उहिओ मनुख रब की दरगाह दे विच चंगे गिने जाते हैं। अगे शब्द है पौड़ी, ये 3 श्लोक ने आसा दी वार दी 11वीं पौड़ी दे नाल। इन्हां तिन्नां दा भाव इहो ही है कि हे प्रभु, ये लोग यतन करते हैं तेनू गाउण दा, यतन करते हैं तेनू सिमरन करन दा, तेनू जिहड़ा ध्याउण दा, पर अंदर जिहड़ा नाम का बीज नहीं पुंगरिया होया। जिवें पहले श्लोक च भी आ गया ना, जे एक होए तां उगवै रुत्ती हो रुत होए। जपना तो नाम सी, पर तू नाम नूं लैके दली मली करके रख दी, दाल बना दी, कित्थों उगेगा। करनी तो तू बंदगी सी, पर अपना ज्ञान लैके बैठ गया। तीसरे श्लोक दे विच गया, जपना तो तू नाम सी, पर कर्म इहो जे पुट्ठे कर दिते, हुण जो रब करदा पिया तैनूं उहनूं प्रवान करना पैना है। पर पौड़ी दे विच सतगुरु नाल ही सुरत उच्ची खड़ के कहिंदे ने, धुर कर्म जिन्ना को तुद पाया
ਤਾਂ ਤਿੰਨੀ ਖਸਮ ਧਿਆਇਆ। ਕਹਿਣ ਲੱਗੇ ਹੇ ਪ੍ਰਭੂ, ਅਸਲ ਦੇ ਵਿੱਚ ਅਸੀਂ ਜਿੰਨੀਆਂ ਮਰਜ਼ੀ ਆਪਣੇ ਮਨ ਦੀਆਂ ਠੀਕਰੀਆਂ ਭੰਨੀ ਜਾਈਏ, ਪਰਮਾਤਮਾ ਦਾ ਨਾਮ ਉਹੀ ਉਹ ਜਪਦਾ ਜੇ ਜਿਹਦੇ ਉੱਤੇ ਮਾਲਕ ਖਸਮ ਜਿਹੜਾ ਉਹ ਰਹਿਮਤ ਬਖਸ਼ਿਸ਼ ਕਰ ਦਿੰਦਾ। ਤੁਰ ਕਰਮ ਜਿਨ੍ਹਾਂ ਕਉ ਤੁਧ ਪਾਇਆ। ਜਿਨ੍ਹਾਂ ਨੂੰ ਕਰਮ ਦਾ ਅਰਥ ਹੈ ਬਖਸ਼ਿਸ਼, ਜਿਨ੍ਹਾਂ ਨੂੰ ਤੂੰ ਬਖਸ਼ਿਸ਼ ਕਰ ਦਿੱਤੀ ਨਾ, ਉਹ ਹੀ ਤਿੰਨੀ ਖਸਮ ਧਿਆਇਆ। ਖਸਮ ਦਾ ਅਰਥ ਹੈ ਮਾਲਕ ਪ੍ਰਭੂ, ਉਹੀ ਉਹ ਪਰਮਾਤਮਾ ਨੂੰ ਜਪਦੇ ਨੇ। ਇੱਥੇ ਮੈਂ ਕਬੀਰ ਸਾਹਿਬ ਦਾ ਇੱਕ ਸਲੋਕ ਸਾਂਝਾ ਕਰ ਦੇਵਾਂ। ਜਪਣ ਦਾ ਅਰਥ ਇਹ ਨਹੀਂ ਕਿ ਜਿਹੜਾ ਗੁਟਕਾ ਲੈ ਕੇ ਫੜ ਕੇ ਬੈਠ ਗਿਆ, ਜਿਹੜਾ ਮਾਲਾ ਫੜ ਕੇ ਬਹਿ ਗਿਆ ਉਹ ਜਪਿਆ ਹੈ, ਨਹੀਂ। ਜਪਿਆ ਉਹ ਹੈ ਜਿਹੜਾ ਰੱਬ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੋ ਗਿਆ। ਫਿਰ ਮੈਂ ਇਹਨੂੰ ਰਿਪੀਟ ਕਰਾਂ, ਇੱਕ ਉਹ ਹੈ ਜਿਹੜਾ ਅਸੀਂ ਗੁਟਕਾ ਫੜ ਕੇ ਮਾਲਾ ਫੜ ਕੇ ਬੈਠੇ ਹਾਂ, ਇੱਕ ਉਹ ਹੈ ਜਿਹੜਾ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੋ ਗਿਆ। ਲੇਖੇ 'ਚ ਉਹ ਪੈਣਾ ਜਿਹੜਾ ਉਹਦੀ ਦਰਗਾਹ 'ਚ ਪ੍ਰਵਾਨ ਹੋਇਆ। ਜੇ ਪੜ੍ਹਨ ਦੇ ਨਾਲ ਰੱਬ ਮਿਲਦਾ ਹੁੰਦਾ, ਤੇ ਮੈਂ ਬੜੀ ਵਾਰੀ ਕਹਿਣਾ ਹੁੰਦਾ ਕਿ ਸਾਡੇ ਵਰਗੇ ਪਾਠੀ ਕਦੇ ਤਾਂ ਰੱਬ ਲੈ ਜਾਂਦੇ, ਸਭ ਤੋਂ ਵੱਧ ਤੇ ਬਾਣੀ ਅਸੀਂ ਪੜ੍ਹਦੇ ਹਾਂ। ਸੋ ਇਸ ਕਰਕੇ ਜਿੱਥੇ ਤੇਰਾ ਅੰਦਰ ਜੁੜਦਾ ਹੈ। ਭਗਤ ਕਬੀਰ ਸਾਹਿਬ ਦਾ ਬੜਾ ਪਿਆਰਾ ਬਚਨ ਹੈ। ਕਹਿਣ ਲੱਗੇ ਕਬੀਰ ਸਾਹਿਬ ਕਹਿੰਦੇ, ਮਨਾ ਤੂੰ ਬੜੀ ਮਿਹਨਤ ਕੀਤੀ, ਬੜੇ ਚੌਂਕੜੇ ਲਾ ਲਾ ਕੇ ਜਪ ਤਪ ਕੀਤਾ, ਬੜੇ ਪਾਠ ਪੜ੍ਹੇ, ਬੜੀ ਮਿਹਨਤ ਕੀਤੀ, ਪਰ ਮਿਹਨਤ ਤੇਰੀ ਪ੍ਰਵਾਨ ਨਹੀਂ ਹੋਈ। ਲੇਖੇ ਦੇ ਵਿੱਚ ਰੱਬ ਦੇ ਵਿੱਚ ਪਿਆ ਨਹੀਂ ਤੇਰਾ ਜਪ ਤਪ। ਉਹਨਾਂ ਨੇ ਉਦਾਹਰਨ ਇੱਕ ਮਹਿੰਦੀ ਦੀ ਦਿੱਤੀ। ਕਹਿੰਦੇ ਜਿਵੇਂ ਮਹਿੰਦੀ ਬੂਟੀਆਂ ਦੇ ਵਿੱਚ ਹੁੰਦੀ ਹੈ ਨਾ, ਪਹਿਲਾਂ ਪੱਤੀਆਂ ਦੇ ਵਿੱਚ, ਕਹਿੰਦੇ ਮੈਂ ਆਪਣੇ ਆਪ ਨੂੰ ਪੱਤੀਆਂ ਦੇ ਵਾਂਗ ਮਹਿੰਦੀ ਨੂੰ ਤੋੜ ਕੇ ਲਿਆਂਦਾ। ਤੋੜਨ ਤੋਂ ਬਾਅਦ ਪੱਤੀਆਂ ਸੁਕਾਈਆਂ, ਸੁਕਾਉਣ ਤੋਂ ਬਾਅਦ ਉਹਨੂੰ ਪੱਥਰ 'ਤੇ ਰੱਖ ਕੇ ਚੰਗੀ ਤਰ੍ਹਾਂ ਰਗੜਿਆ। ਰਗੜਨ ਤੋਂ ਬਾਅਦ ਉਹਨੂੰ ਜਿਹੜਾ ਸੀ ਕੀਪ ਦੇ ਵਿੱਚ ਪਾ ਕੇ, ਪਾਣੀ ਪਾ ਕੇ ਗਿੱਲੀ ਕਰਕੇ ਘੋਲ ਵੀ ਲਿਆ। ਕਹਿਣ ਲੱਗੇ ਐਡੀ ਕੁ ਬਦਕਿਸਮਤ ਇਹ ਮਹਿੰਦੀ ਰਹਿ ਗਈ, ਮੈਂ ਉਹਨੂੰ ਤੋੜਿਆ ਵੀ, ਸੁਕਾਇਆ ਵੀ, ਘੱਸਿਆ ਵੀ, ਉਹਨੂੰ ਗਿੱਲਾ ਕਰਕੇ ਸਾਰਾ ਕੁਝ ਮਹਿੰਦੀ ਬਣਾ ਦਿੱਤੀ ਲੀਕਵੜ, ਪਰ ਉਹਦਾ ਰੰਗ ਫਿਰ ਵੀ ਨਾ ਚੜਿਆ। ਇਹ ਮਿਹਨਤ ਨਹੀਂ। ਦੇਖੋ ਜਦੋਂ ਮਿਹਨਤ ਕਿਸੇ ਬੀਬੀ ਦੇ ਹੱਥ ਦੇ ਜਾਂ ਸਿਰ 'ਤੇ ਲੱਗਦੀ ਹੈ, ਉਹ ਤੋਂ ਪਹਿਲਾਂ ਉਹਦੀ ਮਿਹਨਤ ਹੈ, ਉਹਨੂੰ ਰਗੜਿਆ ਜਾਂਦਾ ਹੈ ਚੰਗੀ ਤਰ੍ਹਾਂ, ਉਹਦਾ ਪਾਊਡਰ ਬਣਾਇਆ ਜਾਂਦਾ ਹੈ। ਤੇ ਕਹਿਣ ਲੱਗੇ ਕਬੀਰ ਸਾਹਿਬ, ਕਹਿਣ ਲੱਗੇ ਰੰਗ ਤੇ ਫਿਰ ਵੀ ਕੋਈ ਨਹੀਂ ਚੜਿਆ। ਤੁਸੀਂ ਪੱਤੀਆਂ ਨੂੰ ਹੱਥ 'ਚ ਫੜ ਕੇ ਮਲੋ, ਕਦੀ ਰੰਗ ਨਹੀਂ ਚੜੇਗਾ। ਪਾਊਡਰ ਨੂੰ ਹੱਥ 'ਚ ਫੜੀ ਫਿਰ ਉਹ ਮਹਿੰਦੀ ਦਾ, ਉਹ ਹੱਥਾਂ ਨੂੰ ਰੰਗ ਨਹੀਂ ਚੜਦਾ। ਤੁਹਾਨੂੰ ਜ਼ਿਆਦਾ ਪਤਾ ਹੋਣਾ ਜਿਹੜੇ ਲਾਉਂਦੇ, ਉਹ ਜਿੰਨਾ ਚਿਰ ਉਹਨੂੰ ਹੱਥ ਦੇ ਉੱਤੇ ਗਿੱਲੀ ਕਰਕੇ ਨਾ ਲਾਈ ਜਾਵੇ, ਉਹ ਮਹਿੰਦੀ ਆਪਣਾ ਰੰਗ ਨਹੀਂ ਛੱਡਦੀ। ਉੱਥੇ ਕਬੀਰ ਸਾਹਿਬ ਦਾ ਬਚਨ ਹੈ, ਕਬੀਰ ਮਹਿੰਦੀ ਕਰਕੇ ਘਾਲਿਆ, ਆਪ ਪੀਸਾਏ ਪੀਸਾਏ। ਕਹਿੰਦੇ ਮੈਂ ਮਹਿੰਦੀ ਵਾਂਗ ਆਪਣੇ ਆਪ ਬੜੀ ਮਿਹਨਤ ਕੀਤੀ, ਧੁੱਪੇ ਵੀ ਸੁੱਕਣੇ ਪਾਇਆ, ਕਈ ਤਰ੍ਹਾਂ ਦੇ ਜਪ ਤਪ ਕੀਤੇ। ਕਈ ਵਾਰੀ ਮਨ 'ਚ ਸਾਡੇ ਆਉਂਦਾ ਨਾ ਵੀ ਮੈਂ ਇੰਨੀ ਬਾਣੀ ਪੜ੍ਹੀ, ਇੰਨੀ ਸੇਵਾ ਸਿਮਰਨ ਕੀਤਾ, ਫਿਰ ਦੁੱਖ ਦੇ ਦੁੱਖ ਕਿਉਂ। ਸਤਿਗੁਰੂ ਕਹਿੰਦੇ ਮਗਰ ਬਖਸ਼ਿਸ਼ ਹੋਣੀ ਜ਼ਰੂਰੀ ਹੈ। ਕਬੀਰ ਮਹਿੰਦੀ ਕਰਕੇ ਘਾਲਿਆ, ਆਪ ਪੀਸਾਏ ਪੀਸਾਏ, ਤੈਂ ਸ਼ਹਿ ਬਾਤ ਨਾ ਪੁੱਛੀਆ, ਕਬੂ ਨਾ ਲਾਈਆਂ ਪਾਏ। ਕਹਿ ਲਗੇ ਪ੍ਰਮਾਤਮਾ ਮੈਂ ਮਹਿੰਦੀ ਵਾਂਗ ਬਰੀਕ ਆਪਣੇ ਆਪ ਨੂੰ ਕਰ ਲਿਆ, ਨਾ ਤੂੰ ਮੇਰੀ ਗੱਲ ਬਾਤ ਪੁੱਛੀ ਤੇ ਨਾ ਚੁੱਕ ਕੇ ਮੈਨੂੰ ਪੈਰਾਂ ਦੇ ਨਾਲ ਲਾਇਆ। ਮਹਿੰਦੀ ਨੂੰ ਹੱਥਾਂ ਪੈਰਾਂ ਦੇ ਨਾਲ ਇੱਕ ਸੁਆਣੀ ਲਾਏਗੀ, ਰੰਗ ਤੇ ਫੇਰ ਹੀ ਚੜ੍ਹਨਾ ਸੀ ਨਾ। ਉਹਨੂੰ ਘੋਟਣ ਨੂੰ ਤੇ ਜਿੰਨੀ ਮਰਜ਼ੀ ਤੁਸੀਂ ਘੋਟੀ ਜਾਓ, ਪਾਊਡਰ ਜਿੰਨਾ ਮਰਜ਼ੀ ਬਣਾ ਦਿਓ। ਕਬੀਰ ਮਹਿੰਦੀ ਕਰਕੇ ਘਾਲਿਆ, ਆਪ ਪਿਸਾਏ ਪਿਸਾਏ, ਤੈਂ ਸ਼ਹਿ ਬਾਤ ਨਾ ਪੁੱਛੀਆ, ਕਬੂ ਨਾ ਲਾਈਆਂ ਪਾਏ। ਗੁਰੂ ਅਮਰਦਾਸ ਮਹਾਰਾਜ ਜੀ ਦਾ ਨਾਲ ਹੀ ਸਲੋਕ ਹੈ, ਮਹੱਲਾ ਤੀਜਾ। ਕਹਿਣ ਲੱਗੇ ਕਬੀਰ ਮਹਿੰਦੀ ਕਰਕੇ ਰੱਖਿਆ, ਸੋ ਸ਼ਹੋ ਨਦਰ ਕਰੇ। ਕਹਿਣ ਲੱਗੇ ਕਬੀਰ ਜੇ ਮਹਿੰਦੀ ਵਾਂਗ ਘਾਲਣਾ, ਘਾਲ ਵੀ ਦਿੱਤੀ ਹੈ ਨਾ, ਤੇ ਆਪਣੀ ਘਾਲ ਦਾ, ਆਪਣੀ ਮਿਹਨਤ ਦਾ ਦਾਵਾ ਨਾ ਕਰੀ, ਪ੍ਰਮਾਤਮਾ ਦੀ ਮਿਹਰ ਦੀ ਉਡੀਕ ਕਰੀ। ਇੱਕ ਮੈਂ ਫਿਰ ਗੱਲ ਨੂੰ ਰਿਪੀਟ ਕਰਾਂ, ਜੇ ਮਹਿੰਦੀ ਬਣਾ ਕੇ ਰੱਖ ਦਿੱਤੀ, ਪਈ ਰਵੇ 10 ਦਿਨ ਪਈ ਰਵੇ, ਜਿੰਨਾ ਚਿਰ ਇੱਕ ਸੁਆਣੀ ਹੱਥ ਦੇ ਉੱਤੇ ਨਹੀਂ ਲਾਉਂਦੀ, ਉਹਦਾ ਰੰਗ ਨਹੀਂ ਆਉਣਾ। ਤੂੰ ਜਪ ਤਪ ਜਿੰਨਾ ਮਰਜ਼ੀ ਕਰੀ ਜਾ, ਜਿੰਨਾ ਚਿਰ ਰੱਬ ਦੀ ਬਖਸ਼ਿਸ਼ ਨਹੀਂ ਹੁੰਦੀ, ਇਹਦਾ ਫਲ ਕੋਈ ਨਹੀਂ ਲੱਗਣਾ। ਕਹਿ ਲੱਗੇ ਇਹ ਕਬੀਰ ਮਹਿੰਦੀ ਕਰਕੇ ਰੱਖਿਆ, ਆਪ ਪੀਸਾਏ ਪੀਸਾਏ। ਕਹਿਣ ਲੱਗੇ ਇਹ ਤੈਂ ਸ਼ਹਿ ਬਾਤ ਨਾ ਪੁੱਛੀਆ, ਕਬੂ ਨਾ ਲਾਈਆਂ ਪਾਏ। ਤੇ ਗੁਰੂ ਅਮਰਦਾਸ ਜੀ ਕਹਿ ਲੱਗੇ ਕਬੀਰ ਮਹਿੰਦੀ ਕਰਕੇ ਘਾਲਿਆ, ਸੋ ਸ਼ਹੁ ਨਦਰ ਕਰੇ। ਕਹਿੰਦੇ ਜੇ ਮਹਿੰਦੀ ਵਾਂਗ ਘਾਲ ਕੇ ਰੱਖਿਆ ਹੈ ਤੇ ਰੱਬ ਦੀ ਬਖਸ਼ਿਸ਼ ਦੀ ਉਡੀਕ ਕਰੀ। ਕਿਉਂ? ਆਪੇ ਪੀਸੈ ਆਪੇ ਘੱਸੈ ਆਪੇ ਹੀ ਲਾਏ ਲਏ। ਕਹਿੰਦੇ ਜੇ ਤੂੰ ਕਹਿੰਦਾ ਮੈਂ ਮਿਹਨਤ ਕੀਤੀ ਹੈ ਤੇ ਮਿਹਨਤ ਰੱਬ ਦੇ ਨਾਲ ਜੋੜਦੇ, ਰੱਬ ਆਪ ਹੀ ਉਹਨੂੰ ਪੀਸਦਾ, ਆਪ ਹੀ ਘੱਸਦਾ, ਭਾਵ ਉਹਦਾ ਪਾਊਡਰ ਬਣਾਉਂਦਾ ਹੈ। ਜਦੋਂ ਉਹਦੀ ਮਿਹਰ ਹੋਈ, ਜੇ ਉਹਨੇ ਪਾਊਡਰ ਬਣਾ ਦਿੱਤਾ ਫੜ ਕੇ ਪੈਰਾਂ ਨਾਲ, ਆਪੇ ਹੀ ਲਾ ਲਵੇਗਾ। ਨਾਨਕ ਮਹਿੰਦੀ ਕਰਕੇ ਰੱਖਿਆ, ਸੋ ਸਹੁ ਨਦਰ ਕਰੇ, ਆਪੇ ਪੀਸੇ ਆਪੇ ਘੱਸੇ ਆਪੇ ਹੀ ਲਾਏ ਲਏ। ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈਂ ਦੇ। ਕਹਿੰਦੇ ਇਹਦੇ ਪ੍ਰਮਾਤਮਾ ਦੇ ਘਰ ਦੀ ਦਾਤ ਸੀ, ਜਿਹਦੇ ਨੂੰ ਦਿਲ ਕੀਤਾ ਪ੍ਰਮਾਤਮਾ ਨੇ ਉਹਨੂੰ ਦੇ ਦਿੱਤੀ। ਇੱਥੇ ਸਤਿਗੁਰੂ ਕਹਿਣ ਲੱਗੇ ਹੇ ਪ੍ਰਭੂ ਜੀਓ, ਇਹ ਜਿਨ੍ਹਾਂ ਤੇ ਤੂੰ ਕਿਰਪਾ ਕਰਦਾ, ਧੁਰ ਕਰਮ ਜਿਨ੍ਹਾਂ ਕੋ ਤੁਧ ਪਾਇਆ, ਜਿਨ੍ਹਾਂ ਦੇ ਉੱਤੇ ਧੁਰ ਤੋਂ ਦਰਗਾਹ ਤੋਂ ਤੂੰ ਬਖਸ਼ਿਸ਼ ਕੀਤੀ ਨਾ, ਤਾਂ ਤਿੰਨੀ ਖਸਮ ਧਿਆਇਆ। ਉਹਨਾਂ ਜੀਵਾਂ ਨੇ ਹੀ ਖਸਮ ਨੂੰ, ਉਹਨਾਂ ਜੀਵਾਂ ਨੇ ਹੀ ਪ੍ਰਮਾਤਮਾ ਨੂੰ ਜਪਿਆ। ਤੇ ਪ੍ਰਭੂ ਜੀ ਜਿਨ੍ਹਾਂ ਦੀ ਉੱਤੇ ਗੱਲ ਕੀਤੀ ਹੈ,
ਜਿਹੜੇ ਜਪ ਤਪ ਕਰਦੇ ਰਹਿ ਗਏ, ਜਿਹੜੇ ਧਰਮੀ ਧਰਮ ਕਮਾਉਂਦੇ ਰਹਿ ਗਏ, ਜਿਹੜੇ ਜਤੀ ਜਤ ਰੱਖਦੇ ਰਹਿ ਗਏ, ਸਤਿਗੁਰੂ ਕਹਿ ਲਗੇ ਇਹਨਾਂ ਜਨਤਾ ਕੈ ਵਸ ਕਿਛ ਨਾਹੀ। ਕਹਿੰਦੇ ਇਹਨਾਂ ਵਿਚਾਰਿਆਂ ਦੀ ਵਾਹ ਪੇਸ਼ ਕੋਈ ਨਹੀਂ ਜਾਂਦੀ, ਇਹਨਾਂ ਦੇ ਪੱਲੇ ਕੁਛ ਨਹੀਂ, ਇਹਨਾਂ ਦੀ ਕੋਈ ਵਾਹ ਪੇਸ਼ ਨਹੀਂ ਕੁਝ ਕਰ ਸਕੇ। ਕਹਿ ਲਗੇ ਇਹਨਾਂ ਜਨਤਾ ਕੈ ਵਸ ਕਿਛ ਨਾਹੀ ਤੁਧ ਵੇਕੀ ਜਗਤ ਉਪਾਇਆ। ਵੇਕੀ ਦਾ ਅਰਥ ਹੈ ਕਿਸਮ ਰੰਗ। ਕਹਿ ਲਗੇ ਤੂੰ ਕਈ ਕਿਸਮਾਂ ਦਾ, ਕਈ ਰੰਗਾਂ ਦਾ, ਕਈ ਭਾਂਤਾਂ ਦਾ ਸੰਸਾਰ ਪੈਦਾ ਕੀਤਾ ਹੋਇਆ, ਕਿ ਕੋਈ ਮਾੜਾ ਵਿੱਚ ਪੈਦਾ ਕੀਤਾ, ਕੋਈ ਚੰਗਾ। ਹੁਣ ਜਿਹੜੇ ਮਾੜੇ ਨੇ ਉਹਨਾਂ ਦੇ ਵਿੱਚ ਉਹਨਾਂ ਦਾ ਕੀ ਕਸੂਰ ਹੈ। ਇੱਕ ਗੁਰੂ ਰਾਮਦਾਸ ਮਹਾਰਾਜ ਜੀ ਦਾ ਬਚਨ ਹੈ ਜੀ, ਕਹਿ ਲਗੇ ਕੀਤਾ ਕਰਨਾ ਸਰਬ ਰਜਾਈ ਕਿਛ ਕੀਚੈ ਜੇ ਕਰ ਸਕੀ ਹੈ। ਕਹਿੰਦੇ ਮਾਲਕ ਜੋ ਕੁਛ ਹੋ ਰਿਹਾ ਇਹ ਸਾਰਾ ਤੇਰੀ ਰਜਾ ਦੇ ਵਿੱਚ ਹੈ, ਮੈਂ ਇਹਦੇ ਵਿੱਚੋਂ ਕੁਝ ਤਾਂ ਕਰਾਂ ਨਾ ਵੀ ਜੇ ਮੇਰੇ 'ਚ ਹਿੰਮਤ ਹੋਵੇ। ਕੀਤਾ ਕਰਨਾ ਸਰਬ ਰਜਾਈ, ਜੋ ਤੂੰ ਕੀਤਾ ਤੇਰੀ ਰਜਾ 'ਚ ਹੈ। ਕਿਛ ਕੀਤਾ ਮੈਂ ਕੁਝ ਕਰ ਲਵਾਂ, ਜੇ ਕਰ ਸਕੀਏ ਜੇ ਮੇਰੇ 'ਚ ਜੁਰਤ ਹੋਵੇ ਹਿੰਮਤ ਹੋਵੇ ਤਾਂ ਕਰਾਂ। ਕਹਿ ਲਗੇ ਕੀਤਾ ਕਰਨਾ ਸਰਬ ਰਜਾਈ ਜੇ ਕਿਛ ਕੀਚੈ ਜੇ ਕਰ ਸਕੀਐ ਅਸਾਂ ਜੋਰ ਨਾਹੀਂ ਕਿਛ ਕਰ ਹਮ ਸਾਕੈ ਜਿਉਂ ਭਾਵੈ ਤਿਉਂ ਰੱਖੀਏ। ਕਹਿੰਦੇ ਸਾਡੇ ਕੋਲ ਕੋਈ ਜ਼ੋਰ ਨਹੀਂ, ਸਾਡੀ ਕੋਈ ਵਾਹ ਨਹੀਂ। ਹੁਣ ਜਿੱਦਾਂ ਤੇਰੀ ਕਿਰਪਾ ਹੈ, ਤੇਰਾ ਜੀ ਕਰਦਾ ਹੈ, ਤੂੰ ਸਾਨੂੰ ਉੱਥੇ ਹੀ ਰੱਖਣ ਦਾ ਆਪਣੇ ਕੋਲ ਯਤਨ ਕਰ। ਇੱਥੇ ਸਤਿਗੁਰੂ ਕਹਿ ਲਗੇ ਇਹਨਾਂ ਜਨਤਾ ਕੈ ਵਸ ਕਿਛ ਨਾਹੀਂ, ਇਹਨਾਂ ਮਨੁੱਖਾਂ ਦੇ ਇਹਨਾਂ ਜੀਵਾਂ ਦੇ ਵਸ ਦੇ ਵਿੱਚ ਕੋਈ ਗੱਲ ਨਹੀਂ। ਤੁਧ ਵੇਖੀ ਜਗਤ ਉਪਾਇਆ, ਤੂੰ ਕਈ ਕਿਸਮ ਦਾ ਸੰਸਾਰ ਪੈਦਾ ਕੀਤਾ, ਇੱਕ ਨਾ ਨੂੰ ਤੂੰ ਮੇਲ ਲਹੈ। ਇੱਕ ਨਾ ਬਹੁ ਵਚਨ ਹੈ, ਇਹਦਾ ਭਾਵ ਅਰਥ ਕਰਾਂਗੇ ਕਈਆਂ ਨੂੰ ਤੂੰ ਆਪਣੇ ਚਰਨਾਂ ਦੇ ਨਾਲ ਜੋੜ ਲੈਣਾ ਹੈ। ਇੱਕ ਨਾ ਨੂੰ ਤੂੰ ਮੇਲ ਲਹੈ, ਇੱਕ ਆਪੋ ਤੁਧ ਖਵਾਇਆ। ਇਹ ਇੱਕ ਦੇ ਕੱਕੇ ਨੂੰ ਸਿਆਰੀ, ਇਹਦਾ ਅਰਥ ਕਰਾਂਗੇ ਕਈ। ਕਹਿਣਗੇ ਕਈ ਇਹੋ ਜਿਹੇ ਨੇ ਜਿਨ੍ਹਾਂ ਨੂੰ ਚਰਨਾਂ ਦੇ ਨਾਲ ਜੋੜ ਲਿਆ, ਤੇ ਕਈ ਇਹੋ ਜਿਹੇ ਨੇ ਜਿਨ੍ਹਾਂ ਨੂੰ ਚਰਨਾਂ ਤੋਂ ਆਪ ਹੀ ਦੂਰ ਕਰ ਦਿੱਤਾ। ਨਾ ਜੁੜਨ ਵਾਲਿਆਂ ਦੀ ਹਿੰਮਤ ਸੀ ਤੇ ਨਾ ਹੀ ਵਿਛੜਨ ਵਾਲਿਆਂ ਦਾ ਕਸੂਰ ਸੀ। ਜਦੋਂ ਅਸੀਂ ਰੂਹਾਨੀਅਤ ਨੂੰ, ਗੁਰਬਾਣੀ ਨੂੰ ਬੜੀ ਡੂੰਘਾਈ ਦੇ ਨਾਲ ਵਾਚਾਂਗੇ ਨਾ, ਤੇ ਸੱਚੀ ਗੱਲ ਹੈ ਮਨੁੱਖ ਦਾ ਕੋਈ ਕਸੂਰ ਨਹੀਂ ਨਿਕਲਦਾ। ਹਾਂ, ਜਦੋਂ ਅਸੀਂ ਉਦਮ ਕਰਨਾ ਹੈ, ਇਸ ਸ਼ਲੋਕ ਨੂੰ ਆਲਸ ਦੇ ਵਿੱਚ ਨਾ ਲਾ ਕੇ ਲੈ ਜਿਓ। ਇਹ ਇੱਕ ਗੁਰੂ ਗ੍ਰੰਥ ਸਾਹਿਬ ਦਾ ਬਚਨ ਕਹਿ ਲਗੇ ਕਾਠ ਕੀ ਪੁੱਤਰੀ ਕਹਾਂ ਕਰੇ ਬਪੁਰੀ ਖਿਲਾਵਨ ਹਾਰੋ ਜਾਣੇ। ਪੁਰਾਣੇ ਸਮੇਂ 'ਚ ਕੱਟ ਪੁਤਲੀਆਂ ਹੁੰਦੀਆਂ ਸੀ ਨਾ, ਜਿਹੜੀ ਕੱਟ ਪੁਤਲੀ ਹੈ ਯਾਦ ਰੱਖਿਓ ਉਹ ਆਪਣੀ ਮਰਜ਼ੀ ਦੇ ਨਾਲ ਨਹੀਂ ਕਦੀ ਵੀ ਨੱਚਦੀ। ਕੱਟ ਪੁਤਲੀ ਦੇ ਮਗਰ ਡੋਰ ਵੱਜੀ ਹੋਈ ਹੈ, ਡੋਰ ਵਾਲਾ ਚਾਹੇ ਉਹਨੂੰ ਜਿਵੇਂ ਨੇ ਚਾਹੁੰਦਾ ਉਵੇਂ ਹੀ ਨੱਚਦਾ ਹੈ। ਯਾਦ ਸੱਚੀ ਗੱਲ ਹੈ, ਅਸੀਂ ਵੀ ਕੱਟ ਪੁਤਲੀਆਂ ਪ੍ਰਮਾਤਮਾ ਦੀਆਂ, ਸਾਡੀ ਡੋਰ ਪ੍ਰਮਾਤਮਾ ਦੇ ਹੱਥ ਹੈ। ਕਈਆਂ ਨੂੰ ਫੜ ਕੇ ਉਹ ਗੁਰੂ ਦੇ ਚਰਨਾਂ ਦੇ ਨਾਲ ਜੋੜ ਲੈਂਦਾ, ਕਈ ਉਹੀਓ ਨੇ ਜਿਹੜੇ ਨਸ਼ਿਆਂ ਦੇ ਵਿੱਚ ਗਰਕ ਆਪਣਾ ਜੀਵਨ ਬਰਬਾਦ ਕਰੀ ਜਾਂਦੇ ਨੇ। ਇੱਕ ਘਰ 'ਚ ਇੱਕ ਭਰਾ ਗੁਰੂ ਦੀ ਬਾਣੀ ਪਿਆ ਪੜ੍ਹਦਾ ਹੈ, ਦੂਸਰਾ ਭਰਾ ਕੋਲ ਬਹਿ ਕੇ ਤੇ ਟੇਬਲ ਦੇ ਉੱਤੇ ਸ਼ਰਾਬ ਦੀ ਬੋਤਲ ਖੋਲ੍ਹ ਕੇ ਬੈਠਾ ਹੋਇਆ। ਇਹ ਪ੍ਰਮਾਤਮਾ ਨੇ ਸਾਰਾ ਕੁਝ ਪੈਦਾ ਕੀਤਾ। ਸਤਿਗੁਰੂ ਕਹਿਣਗੇ ਇੱਕ ਨਾ ਨੂੰ ਕਹਿੰਦੇ ਤੂੰ ਮੇਲ ਲਹੇ, ਇੱਕ ਨਾ ਨੂੰ ਤੂੰ ਆਪ ਆਪਣੇ ਨਾਲ ਮਿਲਾ ਲਿਆ, ਇੱਕ ਆਪੋ ਤੁਧ ਖਵਾਇਆ, ਇੱਕ ਨੂੰ ਆਪ ਹੀ ਆਪਣੇ ਨਾਲੋਂ ਦੂਰ ਕਰ ਦਿੱਤਾ। ਸਤਿਗੁਰੂ ਕਹਿਣਗੇ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਧ ਆਪ ਬੁਝਾਇਆ। ਜਿੱਥੇ ਦਾ ਅਰਥ ਹੈ ਜਿਸ ਹਿਰਦੇ ਦੇ ਵਿੱਚ ਜਿਸ ਮਨੁੱਖ ਨੂੰ ਤੂੰ ਇਹ ਸੋਝੀ ਦੇ ਦਿੱਤੀ ਨਾ, ਅਸਲ ਦੇ ਵਿੱਚ ਸਮਝ ਉਹਨੂੰ ਹੀ ਲੱਗਦੀ ਹੈ। ਨਹੀਂ ਤੇ ਸਾਰੇ ਮਨੁੱਖ ਆਪਣੇ ਮਨ ਦੀਆਂ ਮੱਤਾਂ, ਆਪਣੇ ਮਨ ਦੀਆਂ ਠੀਕਰੀਆਂ ਭੰਨ ਕੇ ਖੱਪ ਕੇ ਜਿਹੜੇ ਉਹ ਕਲਪ ਜਾਂਦੇ ਨੇ। ਤੁਸੀਂ ਕਈ ਵਾਰੀ ਵੇਖੋ ਜਦੋਂ ਵਿਦਵਾਨ ਇਕੱਠੇ ਹੁੰਦੇ ਨੇ ਨਾ, ਉਹ ਬੜੇ ਚਿੰਤਾਤਰ ਹੋਣਗੇ। ਜਦੋਂ ਵਿਗਿਆਨੀ ਇਕੱਠੇ ਹੋਣਗੇ ਉਹ ਵੀ ਚਿੰਤਾ ਦੇ ਵਿੱਚ ਜਾਣਗੇ। ਵਿਗਿਆਨੀ ਚਿੰਤਾ 'ਚ ਜਾਂਦੇ ਜੀ ਇਹ ਧਰਤੀ ਸਾਡੀ ਤੈਸ਼ ਨੈਸ਼ ਹੋ ਰਹੀ, ਆਹ ਹੋ ਗਿਆ ਆਹ ਹੋ ਗਿਆ। ਵਿਦਵਾਨ ਇਕੱਠੇ ਹੋਣਗੇ ਉਹ ਕਹਿੰਦੇ ਜੀ ਧਰਮ ਸੰਕਟ ਦੇ ਵਿੱਚ ਆ ਗਿਆ, ਕੋਈ ਗਾਂ ਧਰਮ ਵਾਲੇ ਪਾਸੇ ਨਹੀਂ ਆ ਰਿਹਾ। ਇਹ ਉਨਾ ਚਿਰ ਹੈ ਜਿੰਨਾ ਚਿਰ ਅਸੀਂ ਗੁਰੂ ਦੇ ਆਸ਼ੇ ਤੋਂ ਦੂਰ ਹੈ। ਸਤਿਗੁਰੂ ਕਹਿੰਦੇ ਜਦੋਂ ਤੈਨੂੰ ਪ੍ਰਮਾਤਮਾ ਨੇ ਸੋਝੀ ਦੇ ਦਿੱਤੀ, ਜਿੱਥੇ ਤੁਧ ਆਪ ਬੁਝਾਇਆ, ਜਦੋਂ ਪ੍ਰਮਾਤਮਾ ਨੇ ਤੇਰੇ ਹਿਰਦੇ ਦੇ ਵਿੱਚ ਇਹ ਗੱਲ ਟਿਕਾ ਦਿੱਤੀ ਨਾ, ਗੁਰ ਕਿਰਪਾ ਤੇ ਜਾਣਿਆ, ਫਿਰ ਗੁਰੂ ਦੀ ਕਿਰਪਾ ਦੇ ਨਾਲ ਤੈਨੂੰ ਸਮਝ ਲੱਗ ਜਾਵੇਗੀ ਕਿ ਚੰਗਾ ਤੇ ਮਾੜਾ ਉਹਦੇ ਹੁਕਮ ਦੇ ਵਿੱਚ ਹੈ। ਅਖੀਰ ਤੇ ਸਤਿਗੁਰੂ ਕਹਿਣ ਲੱਗੇ ਕਿ ਸਹਿਜੇ ਹੀ ਸੱਚ ਸਮਾਇਆ। ਕਹਿੰਦੇ ਅਸਲ 'ਚ ਗੱਲ ਇਹ ਹੈ, ਜਿਹੜਾ ਮਨੁੱਖ ਪ੍ਰਮਾਤਮਾ ਦਾ ਨਾਮ ਜਪਦਾ, ਉਹ ਨਾਮ ਜਪਦਾ ਸਹਿਜੇ ਹੀ ਉਸ ਪ੍ਰਮਾਤਮਾ ਦੇ ਵਿੱਚ ਪਰਿਪੂਰਨ ਅਕਾਲ ਪੁਰਖ ਦੇ ਵਿੱਚ ਅਭੇਦ ਹੋ ਜਾਂਦਾ ਹੈ। ਜਿਹੜਾ ਉਹਦੇ ਸਿਧਾਂਤ ਨੂੰ ਸਮਝ ਲੈਂਦਾ ਹੈ ਉਹ ਉਹਦੇ 'ਚ ਅਭੇਦ ਹੈ। ਜਿਹੜਾ ਸਿਧਾਂਤ ਤੋਂ ਦੂਰ ਹੋ ਜਾਂਦਾ ਹੈ ਉਹ ਜਨਮ ਮਰਨ ਦੇ ਚੱਕਰਾਂ ਦੇ ਵਿੱਚ ਪੈ ਕੇ ਫਿਰ ਅਗਲੀ ਜੂਨ ਦੇ ਲਈ ਉਹਦੇ ਵਾਸਤੇ ਤਿਆਰੀ ਹੋ ਜਾਂਦੀ ਹੈ। ਸੋ ਇਹ ਸੀ 11ਵੀਂ ਪੌੜੀ ਦੇ ਨਾਲ ਲੱਗਦੇ ਹੋਏ 3 ਸ਼ਲੋਕਾਂ ਦੀ ਵਿਚਾਰ, ਜਿਹਦਾ ਸਮੁੱਚਾ ਤੱਤ ਭਾਵ ਇਹ ਹੈ ਕਿ ਸੱਚ ਦਾ ਕਾਲ ਪੈ ਚੁੱਕਾ ਹੈ। ਮੈਂ ਸਮਾਪਤੀ ਕਰਾਂ, ਪਰ ਕਾਲ ਓਨਾ ਚਿਰ ਜੇ ਜਿੰਨਾ ਚਿਰ ਤੁਹਾਡੀ ਸੁਰਤ ਨਹੀਂ ਜੁੜਦੀ। ਗੁਰਬਾਣੀ ਨੇ ਕਲਯੁਗ ਦੂਸਰਾ ਨਹੀਂ ਮੰਨਿਆ ਜਿਹਨੂੰ ਅਸੀਂ ਕਹਿੰਦੇ। ਗੁਰਬਾਣੀ ਕਹਿੰਦੀ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਜੇ ਤੁਸੀਂ ਇਸ ਸਮੇਂ 'ਚ ਬਹਿ ਕੇ ਬਾਣੀ ਪੜ੍ਹਦੇ ਪਏ ਜੇ, ਤੁਸੀਂ ਸਤਯੁਗ ਦੇ ਵਿੱਚ ਜੇ, ਚਲੋ ਇਹ ਗਾਂ ਜ਼ਿਕਰ ਆਉਣਾ 4 ਯੁੱਗਾਂ ਦਾ ਆਪਾਂ ਉਦੋਂ ਸਾਂਝਾ ਕਰਾਂਗੇ। ਸਤਿਗੁਰੂ ਕਹਿੰਦੇ ਸੱਚ ਦਾ ਕਾਲ ਪੈ ਗਿਆ ਹੈ, ਪਰ ਜੇ ਤੂੰ ਇਸ ਕਾਲ ਦੇ ਵਿੱਚ ਵੀ ਗੁਰੂ ਦੀ ਬਖਸ਼ਿਸ਼ ਦਾ ਪਾਤਰ ਬਣ ਜਾਵੇ, ਗੁਰੂ ਅੱਗੇ ਅਰਦਾਸ ਕਰੇ, ਗੁਰੂ ਤੇਰੇ ਤੇ ਰਹਿਮਤ ਕਰੇ, ਤੇ ਤੂੰ ਪ੍ਰਮਾਤਮਾ ਦਾ ਨਾਮ ਜਪਦਾ ਸਤਿਗੁਰੂ ਕਹਿਣਗੇ ਸਹਿਜੇ ਹੀ
ਸੱਚ ਸਮਾਇਆ ਉਸ ਪ੍ਰਮਾਤਮਾ ਦੇ ਵਿੱਚ ਬੜੇ ਆਰਾਮ ਦੇ ਨਾਲ ਸਹਿਜੇ ਹੀ ਟਿਕ ਜਾਵੇਂਗਾ। ਸੋ ਇੰਨੀਆਂ ਬੇਨਤੀਆਂ ਪ੍ਰਵਾਨ, ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਆਓ ਪਾਵਨ ਪੰਕਤੀਆਂ ਦਾ ਜਾਪ ਸਰਵਣ ਕਰਕੇ ਸਮਾਪਤੀ ਕਰੀਏ। ਗੁਰ ਕਿਰਪਾ ਤੇ ਜਾਣਿਆ, ਜਿੱਥੈ ਤੁਧ ਆਪ ਬੁਝਾਇਆ, ਸਹਿਜੇ ਹੀ ਸੱਚ ਸਮਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ